हेलो दोस्तों, लास्ट ਲੈਕਚਰਸ ਦੇ ਵਿੱਚ ਆਪਾਂ ਦੋ ਘਾਤੀ ਸਮੀਕਰਨਾਂ ਬਾਰੇ ਗੱਲ ਕੀਤੀ ਸੀ, ਉਹਨਾਂ ਦੇ ਹੱਲ ਬਾਰੇ ਕੀਤੀ ਸੀ। ਅਲੱਗ-ਅਲੱਗ ਵਿਧੀਆਂ ਦੀ ਆਪਾਂ ਗੱਲ ਕੀਤੀ ਸੀ। ਅਭਾਜ ਗੁਣਨਖੰਡ ਵਿਧੀ, ਦੋ ਘਾਤੀ ਫਾਰਮੂਲਾ, ਪੂਰਨ ਵਰਗ ਬਣਾ ਕੇ। ਅੱਜ ਜੋ ਆਪਾਂ ਗੱਲ ਕਰ ਰਹੇ ਹਾਂ ਇਸੇ ਟੌਪਿਕ ਦੀ ਜੋ ਆਪਣੇ ਦੈਨਿਕ ਜੀਵਨ ਵਿੱਚ, ਵਿਵਹਾਰਕ ਜੀਵਨ ਵਿੱਚ ਵਰਤੋਂ ਹੈ, ਆਪਾਂ ਉਸ ਤੇ ਗੱਲ ਕਰਦੇ ਹਾਂ, ਜਿਹਨੂੰ ਆਪਾਂ ਬੋਲਦੇ ਹਾਂ ਸਟੇਟਮੈਂਟ ਵਾਲੇ ਕੁਐਸਚਨ, ਕਥਨਾਂ ਵਾਲੇ ਸਵਾਲ। ਅੱਜ ਆਪਾਂ ਉਸ ਤੇ ਗੱਲ ਕਰਦੇ ਹਾਂ। ਆਪਾਂ ਸਟਾਰਟ ਕਰਦੇ ਹਾਂ ਪਹਿਲੀ ਉਦਾਹਰਨ ਤੋਂ, ਪਹਿਲੇ ਕੁਐਸਚਨ ਤੋਂ। ਦੋ ਸੰਖਿਆਵਾਂ ਪਤਾ ਕਰੋ, ਦੋ ਸੰਖਿਆਵਾਂ ਪਤਾ ਕਰੋ ਜਿਨ੍ਹਾਂ ਦਾ ਜੋੜ 27 ਅਤੇ ਗੁਣਨਫਲ 182 ਹੈ। ਹੁਣ ਸਭ ਤੋਂ ਪਹਿਲੀ ਗੱਲ ਇੱਥੇ ਜੋ ਸਭ ਤੋਂ ਵੱਡਾ ਪੁਆਇੰਟ ਆਉਂਦਾ ਹੈ, ਆਪਾਂ ਜੋ ਮੇਨ ਗੱਲ ਤੇ ਕਰਦੇ ਹਾਂ ਕਿ ਇਹਨੂੰ ਆਪਾਂ ਇੱਕ ਚੱਲ 'ਚ ਕਰਨਾ ਹੈ ਜਾਂ ਦੋ ਚੱਲਾਂ ਦੇ ਵਿੱਚ। ਕਿਤੇ ਨਾ ਕਿਤੇ ਵਿਦਿਆਰਥੀਆਂ ਦੇ ਮਨ 'ਚ ਇਹ ਗੱਲ ਆਉਂਦੀ ਹੈ, ਇਹਨੂੰ ਆਪਾਂ ਇੱਕ ਚੱਲ 'ਚ ਕਰੀਏ ਜਾਂ ਦੋ ਚੱਲ ਦੇ ਵਿੱਚ। ਇਹਨੂੰ ਵਿਦਿਆਰਥੀਓ ਆਪਾਂ ਕਿਸੇ ਵੀ ਵਿਧੀ ਨਾਲ ਕਰ ਸਕਦੇ, ਆਪਾਂ ਦੋਨੋਂ ਵੇ ਨਾਲ ਮੈਂ ਤੁਹਾਨੂੰ ਕਰਵਾਉਣਾ। ਪਹਿਲਾਂ ਆਪਾਂ ਨੂੰ ਜਿਵੇਂ ਸੌਖਾ ਲੱਗਦਾ, ਦੇਖੋ ਹੱਲ ਦੋ ਸੰਖਿਆਵਾਂ ਚਾਹੀਦੀਆਂ ਨੇ, ਹੈ ਨਾ। ਮੰਨ ਲਓ ਦੋ ਸੰਖਿਆਵਾਂ x ਅਤੇ y, ਮੈਂ ਪਹਿਲਾਂ ਦੋ ਚੱਲ ਦੇ ਵਿੱਚ ਕਰਦਾ। ਕੀ ਦਿੱਤਾ ਹੋਇਆ? ਜੋੜ, ਜਿਨ੍ਹਾਂ ਦਾ ਜੋੜ 27 ਅਤੇ ਗੁਣਨਫਲ 182 ਹੈ। ਜੋੜ ਦਾ ਮਤਲਬ ਕੀ ਹੋ ਗਿਆ? ਪਹਿਲੀ ਸਮੀਕਰਨ, ਪਹਿਲਾ ਪਦ, ਪਹਿਲਾ ਚੱਲ, ਪਹਿਲੀ ਸੰਖਿਆ ਪਲੱਸ ਦੂਜੀ ਸੰਖਿਆ, ਹੈ ਨਾ। ਤੇ ਗੁਣਨਫਲ ਦਾ ਮਤਲਬ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ। ਠੀਕ, ਤਾਂ ਹੁਣ ਕੀ ਕਰਨਾ ਹੈ? ਜਦੋਂ ਆਪਾਂ ਦੋ ਚੱਲ ਦੇ ਵਿੱਚ ਕਰਾਂਗੇ, ਇੱਕ ਸਮੀਕਰਨ, ਇੱਕ ਚੱਲ ਦੀ ਕੀਮਤ ਦੂਜੀ 'ਚ, ਇੱਕ ਸਮੀਕਰਨ ਦੀ ਵਰਤੋਂ ਕਰਕੇ ਦੂਜੀ ਸਮੀਕਰਨ ਹੱਲ ਕਰਨੀ ਹੈ। ਆਪਾਂ ਇੱਥੋਂ y ਦੀ ਕੀਮਤ ਕੱਢ ਲਈ, ਤਾਂ y ਆ ਗਿਆ 27 ਮਾਈਨਸ x। ਤਾਂ ਜਿੱਥੇ y ਹੈ ਉੱਥੇ ਆਪਾਂ ਇਹਦੀ ਕੀਮਤ ਭਰੀ। 27 ਮਾਈਨਸ x ਬਰਾਬਰ ਹੈ 182। ਪਹਿਲਾਂ x ਦੀ 27 ਨਾਲ ਗੁਣਾ, 27x, x ਦੀ x ਨਾਲ ਗੁਣਾ, x ਦੀ 2 ਬਰਾਬਰ 182। 182 ਨੂੰ ਇੱਧਰ ਲਿਆਈਏ ਜਾਂ ਇਹਨੂੰ ਉੱਧਰ ਲੈ ਜਾਓ, ਜਿਵੇਂ ਤੁਹਾਨੂੰ ਠੀਕ ਲੱਗਦਾ ਹੈ। ਕਿਉਂਕਿ x ਦੀ 2 ਮਾਈਨਸ ਦਾ ਸੌਖਾ ਕਰਨ ਲਈ ਮੈਂ ਇਸ ਖੱਬੇ ਪਾਸੇ ਵਾਲੀਆਂ ਸਮੀਕਰਨ ਪਦ ਨੇ ਉਹ ਆਪਾਂ ਸੱਜੇ ਪਾਸੇ ਲੈ ਗਏ। x ਦੀ 2 ਮਾਈਨਸ ਦਾ, ਇਹ ਪਲੱਸ ਹੋ ਗਿਆ। 27 ਪਲੱਸ ਦਾ, ਇਹ ਮਾਈਨਸ ਦਾ ਹੋ ਗਿਆ। 182 ਓਵੇਂ ਦਾ ਓਵੇਂ। ਤਾਂ ਜਿਹੜੀ ਆਪਣੇ ਕੋਲੇ ਸਮੀਕਰਨ ਬਣ ਗਈ ਉਹ ਕੀ ਬਣ ਗਈ? x ਦੀ 2 ਮਾਈਨਸ 27x ਪਲੱਸ 182 ਬਰਾਬਰ 0। ਹੁਣ ਇੱਥੇ ਜੋ ਆਪਾਂ ਹੱਲ ਕਰਨਾ ਹੈ, ਤੁਸੀਂ ਗੁਣਨਖੰਡ ਵਿਧੀ ਵੀ ਹੱਲ ਕਰ ਸਕਦੇ ਹੋ, ਤੁਸੀਂ ਦੋ ਘਾਤੀ ਫਾਰਮੂਲਾ ਵੀ ਹੱਲ ਕਰ ਸਕਦੇ ਹੋ। ਅਗਰ ਗੁਣਨਖੰਡ ਵਿਧੀ ਹੈ ਤਾਂ ਬਹੁਤ ਸੌਖੇ ਤਰੀਕੇ ਨਾਲ ਹੈ। ਆਪਾਂ ਨੂੰ ਕੀ ਚਾਹੀਦਾ ਹੈ? ਦੋ ਸੰਖਿਆਵਾਂ ਜਿਨ੍ਹਾਂ ਦਾ ਜੋੜ ਤਾਂ ਹੋਵੇ -27 ਤੇ ਗੁਣਨਫਲ ਕਿੰਨਾ ਚਾਹੀਦਾ? 182। ਤਾਂ ਉਹ ਬਣ ਜਾਣਗੀਆਂ 13 ਤੇ 14। ਕਿਉਂਕਿ ਆਪਾਂ ਨੂੰ -27 ਚਾਹੀਦਾ ਤਾਂ -13 ਤੇ -14। ਤਾਂ ਵਿਚਕਾਰਲੀ ਰਕਮ ਤੋੜਤੀ, -13x -14x, 182 ਹੋ ਗਿਆ -13 ਗੁਣਾ -14 ਬਰਾਬਰ 0। ਪਹਿਲੇ ਦੋ ਦੇ ਵਿੱਚੋਂ x ਸਾਂਝਾ ਕੱਢਿਆ, ਪਿੱਛੇ ਬਚ ਗਿਆ x -13। ਇਦੋਂ ਬਾਅਦ ਦੇਖੋ -14 ਸਾਂਝਾ ਕੱਢਿਆ, ਪਿੱਛੇ ਬਚ ਗਿਆ x ਪਲੱਸ ਮਾਈਨਸ -13। ਤਾਂ ਇੱਕ ਵਾਰੀ ਹੁਣ ਇਹਦੇ ਵਿੱਚ ਦੇਖੋ ਇਹਨਾਂ ਦੋਹਾਂ ਦੇ ਵਿੱਚੋਂ x -13 ਸਾਂਝਾ ਆ ਰਿਹਾ, ਤਾਂ ਆਪਣੇ ਕੋਲੇ ਆ ਗਿਆ x -14। ਤਾਂ ਇਹਨੂੰ ਹੱਲ ਕੀਤਾ, ਆਪਣੇ ਕੋਲੇ ਆ ਗਿਆ। ਤਾਂ ਕਿਉਂਕਿ ਦੋ ਸੰਖਿਆਵਾਂ ਦੀ ਗੁਣਾ 0 ਹੈ, ਤਾਂ ਜਾਂ ਤਾਂ ਪਹਿਲੀ 0 ਹੋਊਗੀ ਜਾਂ ਦੂਜੀ 0 ਹੋਣੀ ਹੈ। ਜੇ ਪਹਿਲੀ 0 ਹੈ x 13 ਆ ਗਿਆ, ਜੇ ਦੂਜੀ 0 ਹੈ 14। ਕਿਉਂਕਿ ਦੋਨੇ ਪਲੱਸ ਦੇ ਨੇ ਤਾਂ ਦੋਨੇ ਆਨਸਰ ਨੇ। ਹੁਣ ਚੈੱਕ ਕਰਦੇ ਹਾਂ, ਅਗਰ x 13 ਹੈ ਤਾਂ y ਆ ਗਿਆ 27 -13 14। ਅਗਰ x 14 ਹੈ ਤਾਂ y ਆ ਗਿਆ 27 -14 13। ਤਾਂ ਦੇਖੋ ਆਨਸਰ ਤੇ ਕੋਈ ਫਰਕ ਨਹੀਂ ਪੈਂਦਾ। ਜੇ x 13 ਹੈ ਤਾਂ y ਆ ਗਿਆ 27 -13 ਬਰਾਬਰ 14। ਜੇ ਆਪਾਂ x ਨੂੰ 14 ਲੈ ਕੇ ਚੱਲਦੇ ਹਾਂ
ਤਾਂ y ਆ ਗਿਆ 27 - 14 = 13। ਤਾਂ ਦੋਨੋਂ ਕੇਸਿਸ ਦੇ ਵਿੱਚ ਜੋ ਆਪਣਾ ਆਨਸਰ ਹੈ ਉਹ ਕੀ ਆ ਰਿਹਾ ਹੈ 13 ਤੇ 14। ਇਹ ਹੈ ਅਗਰ ਆਪਾਂ ਇਸ ਨੂੰ ਦੋ ਚੱਲ ਦੇ ਨਾਲ ਕਰਨਾ ਹੈ। ਹੁਣ ਅਗਰ ਆਪਾਂ ਇਹਨੂੰ ਇੱਕ ਚੱਲ ਦੇ ਵਿੱਚ ਕਰਦੇ ਹਾਂ, ਦੇਖੋ ਦੋ ਚੱਲ ਦਾ ਸਿਸਟਮ ਸੌਖਾ ਹੈ। ਅਗਰ ਮੈਂ ਇੱਕ ਚੱਲ ਦੇ ਵਿੱਚ ਕਰਦਾ, ਆਪਾਂ ਨੂੰ ਪਤਾ ਹੈ ਦੋ ਸੰਖਿਆਵਾਂ ਦਾ ਜਿਹੜਾ ਜੋੜ ਦਿੱਤਾ ਹੋਇਆ ਹੈ ਉਹ 27 ਦਿੱਤਾ ਹੋਇਆ ਹੈ। ਦੋ ਸੰਖਿਆਵਾਂ ਦਾ ਜੋੜ 27 ਹੈ। ਤਾਂ ਅਗਰ ਇੱਕ x ਹੋਣੀ ਹੈ 27 ਦੇ ਵਿੱਚੋਂ, ਮੰਨ ਲਓ ਇੱਕ ਮੈਂ 10 ਲੈ ਲਈ, ਤਾਂ ਦੂਸਰੀ ਕੀ ਹੋਣੀ ਹੈ 27 ਚੋਂ 10 ਘਟਾ ਕੇ 17। ਤਾਂ ਫਿਰ ਦੂਜੀ ਸੰਖਿਆ ਕੀ ਹੋਣੀ ਹੈ 27 - x। ਜਦੋਂ ਜੋੜ 27 ਦੇਤਾ ਤਾਂ ਕਲੀਅਰ ਹੈ, ਜਦੋਂ ਇੱਕ ਨੂੰ ਮੈਂ 5 ਲਵਾਂਗਾ ਦੂਜੀ ਆਪਾਂ 27 ਚੋਂ 5 ਘਟਾ ਦਾਂਗੇ। ਸੋਚ ਕੇ ਦੇਖੋ ਦੋ ਸੰਖਿਆਵਾਂ ਦਾ ਜੋੜ 27 ਹੈ, ਇੱਕ 10 ਹੈ, ਦੂਜੀ ਕਿੰਨੀ ਹੋਊਗੀ 17। ਆਪਾਂ 27 ਚੋਂ 10 ਘਟਾ ਦਾਂਗੇ। ਇੱਕ ਨੂੰ ਆਪਾਂ 11 ਲੈ ਰਹੇ ਹਾਂ, ਦੂਜੀ ਕਿੰਨੀ ਹੋਊਗੀ 27 ਚੋਂ 11 ਘਟਾ ਕੇ। ਇੱਕ ਨੂੰ 15 ਲੈ ਰਹੇ ਹਾਂ, ਦੂਜੀ ਕੀ ਹੋਊਗੀ 27 ਚੋਂ 15 ਘਟਾ ਕੇ। ਤਾਂ ਜੇ ਇੱਕ x ਹੈ, ਦੂਜੀ ਕੀ ਹੋਊਗੀ 27 - x। ਤੇ ਉਸ ਤੋਂ ਬਾਅਦ ਦੇਖੋ ਕੀ ਕਿਹਾ ਉਹਨਾਂ ਨੇ ਗੁਣਨਫਲ। ਤੇ ਗੁਣਨਫਲ ਕਿੰਨਾ 182। ਇਹਦਾ ਮਤਲਬ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ। ਤਾਂ ਦੇਖੋ ਹੱਲ ਕਰਕੇ ਉਹੀ ਚੀਜ਼ ਬਣ ਰਹੀ ਹੈ। ਆਨਸਰ ਤੇ ਕੋਈ ਫਰਕ ਨਹੀਂ ਪੈਂਦਾ। ਤੁਸੀਂ ਚਾਹੇ ਉਸ ਨੂੰ ਇੱਕ ਚੱਲ ਦੇ ਵਿੱਚ ਕਰਦੇ ਹੋ, ਤੁਸੀਂ ਚਾਹੇ ਉਸ ਨੂੰ ਦੋ ਚਲਾਂ ਦੇ ਵਿੱਚ ਕਰਦੇ ਹੋ। ਤੁਹਾਨੂੰ ਕੁਐਸਚਨ ਜਿਵੇਂ ਸੌਖਾ ਲੱਗਦਾ ਹੈ ਤੁਸੀਂ ਉਸ ਤਰੀਕੇ ਨਾਲ ਕੀ ਕਰ ਸਕਦੇ ਹੋ, ਇਹਨੂੰ ਹੱਲ ਕਰ ਸਕਦੇ ਹੋ। ਹੋਰ ਕੁਐਸਚਨ ਆਪਾਂ ਲੈ ਕੇ ਚੱਲਦੇ ਹਾਂ। ਇਹ ਤੁਹਾਡੇ ਤੇ ਹੈ, ਤੁਸੀਂ ਉਹਨੂੰ ਇੱਕ ਚੱਲ 'ਚ ਕਰਦੇ ਹੋ ਜਾਂ ਦੋ ਚੱਲ 'ਚ। ਦੇਖੋ ਇਸ ਤਰ੍ਹਾਂ ਕੋਈ ਫਰਕ ਨਹੀਂ ਪੈਂਦਾ। ਉਸ ਤੋਂ ਬਾਅਦ ਜੋ ਸਮੀਕਰਨ ਹੱਲ ਕਰਨੀ ਹੈ ਉਹਨੂੰ ਆਪਾਂ ਗੁਣਨਖੰਡ ਵਿਧੀ ਨਾਲ ਹੱਲ ਕਰਦੇ ਹਾਂ, ਆਪਾਂ ਦੋ ਘਾਤੀ ਫਾਰਮੂਲੇ ਨਾਲ ਹੱਲ ਕਰਦੇ ਹਾਂ। ਇਹ ਤੇ ਵੀ ਕੋਈ ਫਰਕ ਨਹੀਂ ਪੈਂਦਾ। ਅਗਲਾ ਕੁਐਸਚਨ ਹੈ ਆਪਣੇ ਕੋਲੇ, ਦੋ ਲਗਾਤਾਰ ਧਨ ਸੰਪੂਰਨ ਸੰਖਿਆਵਾਂ, ਦੋ ਲਗਾਤਾਰ ਧਨ ਸੰਪੂਰਨ ਸੰਖਿਆਵਾਂ ਦਾ ਗੁਣਨਫਲ 306 ਹੈ। ਸੰਖਿਆਵਾਂ ਪਤਾ ਕਰੋ। ਹੁਣ ਇੱਥੇ ਆਪਣੇ ਕੋਲ ਕੀ ਹੈ, ਦੇਖੋ ਦੋ ਲਗਾਤਾਰ ਧਨ ਸੰਪੂਰਨ ਸੰਖਿਆਵਾਂ ਦਿੱਤੀਆਂ। ਸਭ ਤੋਂ ਪਹਿਲਾਂ ਧਨ ਦਾ ਮਤਲਬ ਹੋ ਗਿਆ ਪਲੱਸ ਵਾਲੀਆਂ, ਠੀਕ। ਲਗਾਤਾਰ ਮੈਂ ਉਦਾਹਰਨ ਲੈ ਕੇ ਚੱਲ, ਲਗਾਤਾਰ ਦਾ ਕੀ ਮਤਲਬ ਹੈ, ਮੈਂ ਇੱਕ ਉਦਾਹਰਨ ਲੈ ਰਿਹਾ, ਜਿਵੇਂ 12 13 21 22 27 28 42 43 ਇਹ ਲਗਾਤਾਰ ਸੰਖਿਆਵਾਂ ਨੇ, ਠੀਕ ਹੈ। ਤਾਂ ਧਿਆਨ ਨਾਲ ਦੇਖੋ ਦੋਹਾਂ ਦੇ ਵਿੱਚ ਕਿੰਨੇ ਕਿੰਨੇ ਦਾ ਅੰਤਰ ਹੈ, ਇੱਕ ਇੱਕ ਦਾ ਅੰਤਰ ਹੈ। ਤਾਂ ਜੇ ਪਹਿਲੀ x ਹੋਊਗੀ ਦੂਜੀ ਕਿੰਨੇ ਵੱਧ ਹੈ, ਇੱਕ ਵੱਧ ਹੈ ਨਾ। ਤਾਂ ਫਿਰ ਕੀ ਲਿਖਾਂਗੇ ਆਪਾਂ, ਮੰਨ ਲਓ ਦੋ ਲਗਾਤਾਰ ਧਨ ਸੰਪੂਰਨ ਸੰਖਿਆਵਾਂ x ਅਤੇ x + 1। ਹੁਣ ਉਸ ਤੋਂ ਬਾਅਦ ਆਪਾਂ ਨੂੰ ਕੀ ਕਿਹਾ ਗੁਣਨਫਲ। ਤਾਂ ਸ਼ਰਤ ਕੀ ਦੇਤੀ, ਸੰਖਿਆਵਾਂ ਦਾ ਗੁਣਨਫਲ ਬਰਾਬਰ 306। ਹੁਣ ਸੰਖਿਆਵਾਂ ਕਿਹੜੇ ਕਿਹੜੀਆਂ ਆਪਣੇ ਕੋਲੇ, ਇੱਕ x ਹੈ, ਇੱਕ x + 1 ਹੈ। ਤਾਂ ਪਹਿਲੀ ਸੰਖਿਆ ਗੁਣਾ ਦੂਜੀ ਸੰਖਿਆ ਕਿਹਦੇ ਬਰਾਬਰ ਆ ਗਿਆ 306। x ਦੀ x ਦੇ ਨਾਲ ਗੁਣਾ ਕੀਤੀ, x ਦੀ 2, x ਦੀ 1 ਦੇ ਨਾਲ ਗੁਣਾ ਕੀਤੀ x। 306 ਇੱਧਰ ਆ ਕੇ ਕਾਹਦਾ ਹੋ ਗਿਆ ਮਾਈਨਸ ਦਾ। ਪਿਛਲਾ ਜੋ ਕੁਐਸਚਨ ਸੀ ਮੈਂ ਗੁਣਨਖੰਡ ਵਿਧੀ ਲੈ ਕੇ ਚੱਲਿਆ ਸੀ, ਮੈਨੂੰ ਕਿਉਂਕਿ ਗੁਣਨਖੰਡ ਬਣਾਉਣੇ ਆਉਂਦੇ ਨੇ। ਤੁਹਾਨੂੰ ਮੈਂ ਕੀ ਕਿਹਾ ਸੀ, ਅਗਰ ਕੋਈ ਗਲਤੀ ਲੱਗਦੀ ਹੈ ਜਾਂ ਤੁਹਾਨੂੰ ਲੱਗ ਰਿਹਾ ਵੀ ਗੁਣਨਖੰਡ 'ਚ ਸਮੱਸਿਆ ਆ ਸਕਦੀ ਹੈ, ਤੁਸੀਂ ਦੋ ਘਾਤੀ ਫਾਰਮੂਲਾ ਵੀ ਲਾ ਸਕਦੇ ਹੋ। ਸੇਮ ਚੀਜ਼ ਇੱਥੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਸੌਖਾ ਹੈ ਗੁਣਨਖੰਡ, ਤਾਂ ਉਹਦੇ ਨਾਲ ਕਰੋ, ਨਹੀਂ ਦੋ ਘਾਤੀ ਫਾਰਮੂਲੇ ਦੇ ਨਾਲ। ਤੇ ਇਸ ਕੁਐਸਚਨ ਨੂੰ ਮੈਂ ਦੋ ਘਾਤੀ ਦਾ ਹੱਲ ਕਰਕੇ ਦਿਖਾ ਦਿੰਦਾ। ਤਾਂ ਉੱਥੇ ਆਪਾਂ ਕੀ ਕਰਦੇ ਸੀ, ਦੋ ਘਾਤੀ ਦੇ ਵਿੱਚ ਸਮੀਕਰਨ ਦੀ ਇਹਦੇ ਨਾਲ ਤੁਲਨਾ ਕਰਨ ਤੇ, ਤਾਂ ਹੀ ਮੈਂ ਦੋਨੇ ਕਰਦਾ ਨਾ, ਤਾਂ ਕਿ ਤੁਸੀਂ ਫ੍ਰੀ ਸੋਚ ਸਕੋ ਕਿ ਕਿਸ ਨਾਲ ਆਪਾਂ ਹੱਲ ਕਰਨਾ ਹੈ। ਇੱਥੇ ਕੋਈ ਵੀ ਸੰਖਿਆ ਨਹੀਂ ਹੈਗੀ, ਇੱਕ, ਇੱਥੇ ਵੀ ਇੱਕ, ਤਾਂ A ਆ ਗਿਆ 1,
B आ गया 1, C आ गया -306 है ना। उस तो बाद आप D कढ़ते होंगे से डिस्क्रिमिनेंट B दी 2 -4 AC, B दी 2 -4 AC, 1 ਦੀ 2 ਵਾਰ ਗੁਣਾ ਕੀਤੀ 1 ਮਾਈਨਸ ਮਾਈਨਸ ਪਲੱਸ 4 ਦੀ 306 ਨਾਲ ਗੁਣਾ ਕੀਤੀ 1224, ਤਾਂ ਇਹਨੂੰ ਆਪਾਂ ਜੋੜਿਆ, ਜੋੜ ਕੇ ਆਪਣੇ ਕੋਲ ਕਿੰਨਾ ਆ ਗਿਆ 1225। ਉਸ ਤੋਂ ਬਾਅਦ ਫਾਰਮੂਲਾ ਕੀ ਕਹਿੰਦਾ ਸੀ, x ਬਰਾਬਰ -b ਪਲੱਸ ਮਾਈਨਸ √d ਵਟਾ 2a, ਕੀਮਤ b ਦੀ d ਦੀ a ਦੀ, b ਕਿੰਨਾ -1, d ਆ ਗਿਆ 1225, a ਆ ਗਿਆ 1, ਤੇ 1225 ਕਿਹਦਾ ਵਰਗਮੂਲ ਹੈ 35 ਦਾ। ਇੱਕ ਵਾਰੀ ਆਹ ਪਲੱਸ ਦਾ ਨਿਸ਼ਾਨ, ਇੱਕ ਵਾਰੀ ਮਾਈਨਸ ਦਾ ਨਿਸ਼ਾਨ ਹੈ ਨਾ। -1 ਪਲੱਸ 35 ਪਲੱਸ 34 ਵਟਾ 2, 2 ਦੇ ਪਹਾੜੇ ਤੇ ਕੱਟਿਆ ਗਿਆ ਤਾਂ ਇਹ ਕਿੰਨਾ ਆ ਗਿਆ 17, -1 -35 -36, ਇਹ ਕਿੰਨਾ ਆ ਗਿਆ -18। ਹੁਣ ਦੇਖੋ ਆਪਾਂ ਨੂੰ ਕਿੰਨਾ ਕਿਹੜੀ ਕਹੀ ਹੈ ਧਨਾਤਮਕ, ਧਨ ਪਲੱਸ ਵਾਲੀ, ਆਹ ਕਾਹਦੀ ਹੈ ਮਾਈਨਸ ਵਾਲੀ, ਤਾਂ ਇਹ ਕੀ ਹੋ ਗਈ ਰਿਜੈਕਟ। ਤਾਂ ਆਪਣੇ ਕੋਲੇ ਆਂਸਰ ਕੀ ਆ ਗਿਆ, x ਹੋ ਗਿਆ 17, ਪਹਿਲੀ ਸੰਖਿਆ ਆ ਗਈ 17 ਤੇ ਦੂਜੀ ਕੀ ਹੈ x + 1, 17 ਚ 1 ਜੋੜੇ 18। ਆਂਸਰ ਚੈੱਕ ਕਰਨਾ ਹੈ, ਦੇਖੋ ਦੋ ਲਗਾਤਾਰ ਸੰਖਿਆਵਾਂ ਨੇ 17 ਤੇ 18, ਉਹਨਾਂ ਦਾ ਗੁਣਨਫਲ ਇਹਨਾਂ ਦੋਹਾਂ ਦੀ ਗੁਣਾ ਕਰਕੇ ਦੇਖੋ, ਤੁਸੀਂ ਗੁਣਾ ਕਰੋਗੇ ਤੁਹਾਡੇ ਕੋਲ ਆਂਸਰ ਕਿੰਨਾ ਆਣਾ ਹੈ 306 ਆਂਸਰ ਆਣਾ। ਹੁਣ ਇਹਨੂੰ ਮੈਂ ਗੁਣਨਖੰਡ ਵਿਧੀ ਨਾਲ ਵੀ ਕਰ ਦਿੰਦਾ। ਦੇਖੋ ਇਹ ਹੋ ਗਈ ਆਪਣੇ ਕੋਲੇ 2 ਘਾਤੀ ਫਾਰਮੂਲਾ ਵਿਧੀ, ਤੇ ਗੁਣਨਖੰਡ ਵਿਧੀ ਕੀ ਕਹਿੰਦੀ ਹੈ, ਆਪਣੇ ਕੋਲੇ ਆਹ ਸਮੀਕਰਨ ਸੀ, ਦੇਖੋ x ਦੀ 2 + x - 6, ਆਪਾਂ ਨੂੰ ਦੋ ਸੰਖਿਆਵਾਂ ਇਹ ਜਿਹੀਆਂ ਚਾਹੀਦੀਆਂ ਜਿਹਦਾ ਜੋੜ +1 ਹੋਵੇ ਤੇ ਗੁਣਨਫਲ -306। ਤਾਂ ਜਦੋਂ ਚੈੱਕ ਕਰੋਗੇ 17 × 18 ਆ ਜਾਣਾ, ਕਿਉਂਕਿ ਇਹ ਮਾਈਨਸ ਦਾ ਇਹ ਪਲੱਸ ਦਾ, ਤਾਂ ਪਲੱਸ ਦਾ 18 ਮਾਈਨਸ ਦਾ 17, ਤਾਂ ਜਦੋਂ ਵਿਚਕਾਰਲੀ ਰਕਮ ਨੂੰ ਤੋੜਿਆ ਆਪਣੇ ਕੋਲ ਕੀ ਆ ਗਿਆ 306। ਤੇ 306 ਨੂੰ ਆਪਾਂ ਦੇਖੋ ਇਹਦੇ ਹਿਸਾਬ ਨਾਲ ਲਿਖਾਂਗੇ +18 ਗੁਣ, ਇਹੀ ਲਿਖਦੇ ਹੁੰਦੇ ਸੀ ਨਾ ਆਪਾਂ। ਇਹਨਾਂ ਦੋਹਾਂ ਦੇ ਵਿੱਚੋਂ x ਸਾਂਝਾ ਕੱਢਿਆ, x + 18, ਅਗਲੇ ਦੋ ਚੋਂ -17 ਸਾਂਝਾ ਨਿਕਲ ਰਿਹਾ, x + 18। ਤੇ ਇਸ ਤੋਂ ਬਾਅਦ ਦੇਖੋ ਦੋਨੋਂ ਵਿਧੀਆਂ ਨੇ, ਤੁਹਾਨੂੰ ਜਿਹੜੀ ਵਿਧੀ ਸੌਖੀ ਲੱਗਦੀ ਹੈ ਤੁਸੀਂ ਉਸ ਵਿਧੀ ਨਾਲ ਕੁਐਸਚਨ ਨੂੰ ਹੱਲ ਕਰ ਸਕਦੇ ਹੋ। x + 18 x - 17 = 0, ਜਾਂ ਤਾਂ ਆ 0 ਹੋਊਗਾ, ਇੱਥੋਂ x - 18 ਆ ਗਿਆ, ਜਾਂ ਦੂਸਰੀ ਰਕਮ 0 ਹੋਣੀ ਹੈ, ਇੱਥੋਂ x ਕਿੰਨਾ ਆ ਗਿਆ +17, ਕਿਉਂਕਿ ਜਦੋਂ ਇੱਧਰ ਜਾ ਕੇ ਹੋਊਗਾ ਇਹ ਪਲੱਸ ਦਾ ਹੋ ਜੂ। ਮਾਈਨਸ ਵਾਲਾ ਕੀ ਹੋ ਗਿਆ ਰਿਜੈਕਟ, ਕਿਉਂਕਿ ਆਪਾਂ ਨੂੰ ਪਲੱਸ ਚਾਹੀਦਾ, x 17 ਤਾਂ ਦੂਸਰੀ ਸੰਖਿਆ ਕੀ ਹੋ ਗਈ 17 ਤੇ 1 18। ਦੇਖੋ ਆਂਸਰ ਤੇ ਕੋਈ ਫਰਕ ਨਹੀਂ ਪੈਂਦਾ, ਇਹ ਵਿਧੀ ਨਾਲ ਥੋੜਾ ਜਿਹਾ ਫਰਕ ਇਹ ਕੀ ਪੈਂਦਾ ਹੈ, ਜਿਹੜਾ ਕੁਐਸਚਨ ਹੈ ਉਹ ਜਲਦੀ ਹੱਲ ਹੋ ਜਾਂਦਾ ਹੈ, ਤੇ ਉਸ ਵਿਧੀ ਨਾਲ ਕੁਐਸਚਨ ਥੋੜਾ ਜਿਹਾ ਲੈਂਥੀ ਚਲਾ ਜਾਂਦਾ ਹੈ। ਠੀਕ, ਹੁਣ ਆਪਾਂ ਇੱਕ ਅਗਲੇ ਕੁਐਸਚਨ ਦੇ ਵਿੱਚ ਕਰਦੇ ਹਾਂ। ਇੱਥੇ ਤਾਂ ਦੇਖੋ ਆਪਾਂ ਗੱਲ ਕੀਤੀ ਸੀ ਲਗਾਤਾਰ ਸੰਖਿਆਵਾਂ ਦੀ, ਲਗਾਤਾਰ। ਅਗਲੇ 'ਚ ਆਪਾਂ ਗੱਲ ਕਰਾਂਗੇ ਲਗਾਤਾਰ ਟਾਂਕ ਦੀ। ਦੇਖੋ ਕੁਐਸਚਨ ਕੀ ਹੈ, ਦੋ ਲਗਾਤਾਰ ਟਾਂਕ ਸੰਪੂਰਨ ਸੰਖਿਆਵਾਂ ਦੇ ਵਰਗਾਂ ਦਾ ਜੋੜ 290 ਹੈ। ਸੰਖਿਆਵਾਂ ਪਤਾ ਕਰੋ। ਆਪਣੇ ਕੋਲ ਆ ਕੁਐਸਚਨ ਹੈ, ਦੋ ਲਗਾਤਾਰ ਟਾਂਕ ਸੰਖਿਆਵਾਂ ਦੇ ਵਰਗਾਂ ਦਾ ਜੋੜ 290 ਹੈ, ਸੰਖਿਆਵਾਂ ਪਤਾ ਕਰਨੀ ਹੈ। ਫਰਕ ਕੀ ਪੈ ਗਿਆ, ਨਾਲ ਆ ਸ਼ਬਦ ਆ ਗਿਆ। ਪਿਛਲੇ ਕੁਐਸਚਨ 'ਚ ਆਪਾਂ ਗੱਲ ਕੀਤੀ ਸੀ ਲਗਾਤਾਰ ਸੰਖਿਆਵਾਂ 12 13 19 20 24 25, ਲੇਕਿਨ ਇੱਥੇ ਲਗਾਤਾਰ ਟਾਂਕ ਹੈ, ਜਿਵੇਂ 11 13 19 21। ਤਾਂ ਜੇ ਪਹਿਲੀ x ਹੋਣੀ ਹੈ, ਕਿੰਨੇ ਦਾ ਫਰਕ ਹੈ ਦੇਖੋ
2 ਦਾ ਫਰਕ ਹੈ ਨਾ। ਧਿਆਨ ਰੱਖਣਾ ਇੱਥੇ ਲਗਾਤਾਰ ਟਾਂਕ ਹੈ ਤਾਂ ਮੰਨ ਲਓ ਲਗਾਤਾਰ ਟਾਂਕ ਸੰਖਿਆਵਾਂ x ਅਤੇ x + 2 क्योंकि उरे टांक है। अगर सेम क्वेश्चन मान लो उरे जिस्त का आ जाता 2 लगातार जिस्त। हुण लगातार जिस्त किवें ने जिवें 12 14 20 22 46 48 तो यह भी सेम कॉन्सैप्ट हो गया। जे पहली x है तो अगली की होनी है उहदे विच 2 वध जाना है। तो लगातार टांक अते लगातार जिस्त के केस च संख्यावां किहड़ियां आउणगीਆਂ x ਅਤੇ x + 2। ਹੁਣ ਸਮੀਕਰਨ ਕੀ ਕਹਿੰਦੀ ਆ ਆਪਾਂ ਨੂੰ? ਕਹਿੰਦੇ ਇਹਨਾਂ ਦੇ ਵਰਗਾਂ ਦਾ ਜੋੜ 290 ਹੈ। ਇਹਨਾਂ ਦੇ ਵਰਗਾਂ ਦਾ ਜੋੜ 290 ਹੈ। ਤਾਂ ਪਹਿਲਾ ਵਰਗ ਪਹਿਲੀ ਸੰਖਿਆ ਦਾ ਵਰਗ ਦੂਜੀ ਸੰਖਿਆ ਦਾ ਵਰਗ ਉਹਨਾਂ ਦਾ ਜੋੜ ਕਿੰਨਾ 290 है। 2 घात ओमे दी ओमे ये फार्मूला केड़ा बन गया याद करो a + b दी घात 2 पहली + दूजी दी घात 2 पहली दी 2 + दूजी दी 2 + 2 गुना पहली गुना दूसरी x दी 2 2 दूनी 4 + 4x बराबर 290। हुण जोड़ करिए क्योंकि उहदे प्लस है 1x दी 2 इत्थे पे 1x दी 2 इत्थे पे 2x दी 2 + 4x + 4 290 इधर आके कादा हो गया माइनस का। तो किन्ना आ गया अपने को आ गई समीकरण। हुण इत्थों किहड़ी हल हो रही है 2x दी 2 + 4x ये किन्ना हो गया -286। हुण अगर ध्यान नाल देखिए क्वेश्चन दे विच तीनों रकमां 2 ਦੇ ਪਹਾੜੇ ਤੇ ਵੰਡੀਆਂ ਜਾਂਦੀਆਂ ਤਾਂ क्वेश्चन ਨੂੰ ਸੌਖਾ ਕਰਨ ਦੇ ਲਈ ਆਪਾਂ ਕੀ ਕਰਾਂਗੇ ਸਮੀਕਰਨ ਨੂੰ 2 ਨਾਲ ਵੰਡਣ ਤੇ ਇਹਨੂੰ 2 ਨਾਲ ਵੰਡਿਆ x ਦੀ 2 ਇਹਨੂੰ 2 ਨਾਲ ਵੰਡਿਆ 2x ਇਹਨੂੰ 2 ਨਾਲ ਵੰਡਿਆ 143। ਹੁਣ ਆਪਣੇ ਕੋਲੇ 2 ਘਾਤੀ ਸਮੀਕਰਨ ਬਣ ਗਈ। ਇਹਨੂੰ ਆਪਾਂ ਫੇਰ ਮੇਰੀ ਉਹੀ ਗੱਲ ਗੁਣਨਖੰਡ ਵਿਧੀ ਨਾਲ ਹੱਲ ਕਰਾਂਗੇ ਜਾਂ 2 ਘਾਤੀ ਫਾਰਮੂਲੇ ਨਾਲ। मैं गुणनखंड विधि नाल कर रहा। जोड़ आ गया +2 गुणनफल आ गया -143। पहला मैं 143 13 ते 11 आ जाएंगे क्योंकि ये माइनस का है तो एक प्लस आओ एक माइनस। इत्थे देखो आ प्लस चाहिए तो वड्डी रकम प्लस दी छोटी रकम माइनस दी x दी 2 + 13x -11x 143 ਨੂੰ ਆਪਾਂ ਲਿਖਾਂਗੇ दोनों संख्यावां दी गुणा दे विच। इत्थे x साझा x + 13 -11 साझा पिछे की बच गया x + 13। हुण इन्हां दोहां दे विच किहड़ी साझी है x + 13 x -11 बराबर 0। या आ 0 होना है या आ 0 होना है। जे x + 13 बराबर है 0 13 इधर आके कादा हो गया माइनस का जा x -11 बराबर है 0 माइनस इधर आके कादा हो गया प्लस का। तो देखो अपने कोले की बच गया अपने कोले आ 2 संख्यावां बच गई क्योंकि टांक संख्यावां की गल की है क्योंकि आपां नूं पता है माइनस च टांक हुंदी नहीं तो 11 आ गया। तो जे पहली संख्या 11 आ गई दूसरी कितनी होगी 2 का फर्क है 11 + 2 13। तो आंसर किवें चैक करना है चैक करते हैं। कहते 2 लगातार के वर्गों का जोड़ देखो हुण जे आंसर चैक करना है दोहां का वर्ग करके जोड़ दो 11 का वर्ग किया 11 11 121 13 का वर्ग किया 13 13 169 जोड़ करके देखो तुहाडे कोल कितना आ जाऊगा 290। तो इस तरीके दे नाल तुसी आंसर नूं भी चैक कर सकते हो। देखो क्वेश्चन उही चल रहा है सिर्फ छोटे छोटे शब्दों का फर्क पाया होया इन्होंने। पहले च लिखिया सी लगातार कलियां लगातार संख्यावां इत्थे लिखता लगातार टांक संख्यावां। होर क्वेश्चन आप एक लैके चलते हैं इस नाल दे विच क्वेश्चन है। हुण आपां अगे उदाहरण लैके चलते हैं। अगली उदाहरण है जो अपने कोले वो की है
देखो संख्यावां दे विच क्वेश्चन बिल्कुल आराम नाल करना है, इत्थे समीकरण बनाने का मसला है, ताही मेरी कोशिश है मैं तुहानूं समीकरण बनाना सिखावां जो आसानी नाल बन सकती है। अगली उदाहरण है दो संख्यावां दे वर्गां दा अंतर, वर्गां दा अंतर 180 है। छोटी संख्या दा वर्ग, छोटी संख्या दा वर्ग वड्डी संख्या दा 8 गुना है। संख्यावां पता करो। देखो ना क्वेश्चन आ गया अपने को, कहते दो संख्यावां दे वर्गां दा अंतर, इत्थे किते भी लगातार शब्द नहीं पाया, इस करके आपां वो पिछले फॉर्मेट च नहीं लै सकते। तो क्लीयर है, इत्थे दोनों संख्यावां की ने, अलग अलग ने। मान लो दो संख्यावां एक्स अते वाई, क्योंकि आपां गल कीती है कोई फर्क नहीं पैंदा तुसीं इहनूं एक चल नाल हल करदे हो या दो चल दे नाल, उहदे नाल कोई फर्क नहीं। हुण पहली समीकरण है, जो पहली लाइन है वो की कह रही है, संख्यावां दे वर्गां दा अंतर 180। आपां नूं कहा संख्यावां ने एक्स अते वाई, कहते इन्हां दा वर्ग फिर उन्हां दा अंतर 180 है, पहली समीकरण। हुण दूजी समीकरण की कही है, दूजी लाइन की कही है, छोटी संख्या दा वर्ग, वर्ग वड्डी संख्या दे 8 गुना के बराबर है। ठीक, हुण इत्थे सब तो पहला मसला, जो सब तो इंपॉर्टेंट चीज़ है, छोटी संख्या इत्थे किहड़ी है, एक्स है या वाई है। अगर तो उरे प्लस हुंदा, जोड़ हुंदा, फिर तो कोई फर्क नहीं पैंदा सी, लेकिन उरे अंतर आ गया। हुण देखो ध्यान नाल, आपां घटा करता, घटा करके आंसर प्लस दा आ रहा है, तो क्लीयर है फिर आ वड्डी संख्या होगी, आ किहड़ी होगी, छोटी होगी। तो इत्थे बहुत ध्यान रखनी है इस चीज़ का। तो वाई किहड़ी संख्या होगी, छोटी होगी। क्यों होगी, क्योंकि जदों आपां वाई दी 2 नूं एक्स दी 2 च घटाया, अंतर जिहड़ा प्लस का दिता होया आपां नूं, तां क्लीयर है फिर इहदा मतलब छोटी घटूगी। तो फिर छोटी संख्या की होगी, वाई। कहंदे छोटी संख्या का वर्ग वड्डी संख्या लिखिया कला दे 8 गुना के बराबर है, ये हो गया 8x। तो वाई दी 2 की कीमत कितनी होगी, 8x। इनू आपां की कर दांगे, समीकरण 1 विच भरन ते। तो समीकरण 1 की बन गई, देखो अपने कोले समीकरण 1 आ है, आपां पूरी दी पूरी इहदी कीमत भरती। वाई दी 2 किन्ने अपने कोले 8x, 180 इधर ले आया, क्योंकि हुण आपां इहनूं की बना रहे हैं, दो घाती समीकरण। तो अपने कोले देखो समीकरण की बन गई, x दी 2 माइनस 8x माइनस 180। फिर वही गल, आपां इहनूं अभाज गुणनखंड विधि नाल भी कर सकते हैं, आपां इहनूं दो घाती फॉर्मूले नाल भी, मैं अभाज नाल कर रहा। दो संख्यावां दा जोड़ -8 ते गुना 180, तो संख्यावां आ गई -18x प्लस 10x। किहड़ी संख्यावां बन गई, -18 ते 10। तो देखो इत्थे जो आप हल करांगे, आ लिखा गया है ना। हुण आपां की करना, इहनूं हल करना है। मैं थोड़ा जिहा इत्थे मटेरिया, x साझा x -18 प्लस 10 साझा x -18 बराबर है 0। x -18 इंटू x प्लस 10 बराबर है 0। तो शर्त की आ गई, जां तां x -18 0 के बराबर है, ਇਹਦਾ मतलब 18 उधर जाके कादा हो गया प्लस का, जां x प्लस 10 बराबर है 0 के, x किहदे बराबर हो गया -10 के, है ना। हुण आपां नूं की चाहिए, संख्या चाहिए है। तो अपने को आंसर की आ गया, 18 च आ गया, 18 आ गया ना। हुण अपने को देखो की सी,
ਇੱਕ ਸਮੀਕਰਨ ਤਾਂ ਆਹ ਸੀ, ਇੱਕ ਸਮੀਕਰਨ ਆਹ ਸੀ, ਇਹ ਦੋ ਸਮੀਕਰਨਾਂ ਸੀ ਨਾ ਆਪਣੇ ਕੋਲੇ, है ना। अपने कोल की आ गया x 18 आ गया। देखो अगर x 18 है, इत्थे भरना सौखा है, 18 8 144, उरे y की घात 2 है तो 144 की घात 2 है 12 की, 2 घात दिन 2 घात कट गया, y कितना आ गया 12। परंतु क्योंकि उरे किते भी आपां नूं ये नहीं लिखिया होया अपने कोले धन संख्या चाहिए, आपां नूं प्लस वाली चाहिए है, तो आपां इहनूं भी चैक करांगे। जे x -10 है तो y की 2 आ गया, 8 गुना -10 -80, तो 2 घात कदे भी माइनस दे विच नहीं हो सकती, तो इनू आपां की कर देंगे रिजैक्ट। अपने कोल की आंसर आ गया 18 अते 12। तो जे आपां आंसर चैक करना है की करांगे, आपां इन्हां दा वर्ग करो, 18 की घात 2 324, 12 की घात 2 144, उदों बाद इन्हां दोहां दा घटा करना है, घटा करके कितना आ रहा देखो 180। तो तुसी अपना आंसर आराम नाल इत्थे चैक कर सकते हो। देखो समीकरण के सवालों की बहुत वड्डी खासियत है कि जिहड़े दे क्वेश्चन है ना उन्हां दे आपां आंसर आराम नाल चैक कर सकते। सिर्फ इत्थे 2-3 गल्लां ते ध्यान रखना जिहड़ियां मैं बार-बार कह रहा। सब तो पहला तो एक एक लाइन पढ़ो, समीकरण बनाई चलो जिवें मैं किया पंजाबी च ही बना रहा, उदों बाद उन्होंने आपां मैच कन्वर्ट कर रहे हैं। नंबर 2, जदों समीकरण बनती है दो घाती, तो तुहाडी मर्जी है तुसीं उहनूं किहड़ी विधि नाल हल करना चाहते हो, जो तुहानूं चंगी तरह आंदी है, सौखी लगती है, उस विधि नाल तुसीं समीकरण नूं हल करो। नंबर 3, आंसर जरूर चैक करो, आंसर चैक करने नाल श्योर हो जाता है कि अपना आंसर सही है या नहीं। तो यह सी अपना इहदा पहला पार्ट जो स्टेटमेंट वाले क्वेश्चन का सी संख्यावां नाल संबंधित। थैंक यू।